ਪਹਿਰੇਦਾਰ ਵੈਬ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕ ਵੀਰੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹਰ ਚੜ੍ਹਦੇ ਸੂਰਜ ਅਸੀਂ ਅੱਜ ਦਾ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ। ਪੰਥ ਨੂੰ ਦਰਪੇਸ਼ ਸਮੱਸਿਆਵਾਂ, ਕੌਮ ਨੂੰ ਦਰਪੇਸ਼ ਸਮੱਸਿਆਵਾਂ, ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਜਿਹੜੀਆਂ ਆਏ ਦਿਨ ਜਿਸ ਤਰ੍ਹਾਂ ਸੂਰਜ ਚੜ੍ਹਦਾ ਉਸੇ ਦਿਨ ਹੀ ਉਹ ਆਏ ਦਿਨ ਨਵੀਆਂ ਸਮੱਸਿਆਵਾਂ ਕੌਮ ਦੇ ਸਾਹਮਣੇ ਪੇਸ਼ ਹੋ ਰਹੀਆਂ ਨੇ। ਉਹਨਾਂ 'ਤੇ ਵਿਚਾਰ ਚਰਚਾ ਕਰਨ ਲਈ, ਵਿਦਵਾਨਾਂ ਦੀ ਵਿਚਾਰ ਜਾਣਨ ਲਈ ਅਸੀਂ ਅੱਜ ਦੇ ਮੁੱਦੇ ਰਾਹੀਂ ਤੁਹਾਡੇ ਰੂਬਰੂ ਹੁੰਦੇ ਹਾਂ। ਅੱਜ ਸਾਡੇ ਕੋਲ ਪੰਥ ਦੇ ਉੱਗੇ ਵਿਦਵਾਨ ਭਾਈ ਬਲਦੇਵ ਸਿੰਘ ਜੀ ਸਰਸਾ, ਜਿਹੜੇ ਕਿ ਪੰਚ ਪ੍ਰਧਾਨੀ ਦੇ ਪ੍ਰਮੁੱਖ ਆਗੂ ਨੇ ਤੇ ਜਿਨ੍ਹਾਂ ਨੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਇਸ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਸਿੱਖ ਇਤਿਹਾਸ ਨੂੰ, ਗੁਰੂ ਸਾਹਿਬਾਨ ਦੇ ਜੀਵਨ ਨੂੰ ਕਲੰਕਿਤ ਕਰਨ ਵਾਲੀਆਂ ਸੀ, ਉਹਨਾਂ ਕਿਤਾਬਾਂ ਬਾਰੇ ਬਹੁਤ ਲੰਬੀ ਲੜਾਈ ਲੜੀ ਆ, ਕੌਮ ਨੂੰ ਜਾਗਰੂਕ ਕਰਾਇਆ। ਅੱਜ ਦੇ ਮੁੱਦੇ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਸਟੂਡੀਓ ਵਿੱਚ ਆਏ ਨੇ। ਸਰਸਾ ਸਾਹਿਬ, ਤੁਹਾਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਸਾ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਜਿਹੜਾ ਮੁੱਖ ਮੁੱਦਾ ਹੁੰਦਾ, ਜਿਹੜਾ ਭਖਵਾਂ ਮੁੱਦਾ ਹੁੰਦਾ ਕੌਮ ਦੇ ਸਾਹਮਣੇ, ਉਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ ਆਪਣੇ ਪੰਥਕ ਬੁੱਧੀਜੀਵੀਆਂ ਨਾਲ। ਸੋ ਅੱਜ ਅਖਬਾਰਾਂ ਦੇ ਵਿੱਚ ਇੱਕ ਵੱਡੀ ਖਬਰ ਛਪੀ ਹੈ ਜਿਹਦੇ ਤੇ ਮੈਂ ਸਮਝਦਾ ਕਿ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਚਰਚਾ ਜਿਹੜੀ ਉਹ ਪਹਿਲਾਂ ਹੀ ਚੱਲ ਰਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੱਲ ਜਦੋਂ ਉਹ ਬਠਿੰਡੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੋ ਕਾਰਜਕਾਰੀ ਜਥੇਦਾਰ ਥਾਪੇ ਗਏ ਨੇ ਸ਼੍ਰੋਮਣੀ ਕਮੇਟੀ ਵੱਲੋਂ, ਯਾਨੀ ਗੁਰਮੁਖ ਸਿੰਘ ਜੀ, ਉਹਨਾਂ ਨੂੰ ਅਹੁਦਾ ਸੰਭਾਲ ਦੀ ਰਸਮ ਤੋਂ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਖਾਲਸਾ ਦੇ ਬਰਾਬਰ ਆ। ਸੋ ਇੱਕ ਪਾਸੇ ਸਰਬੱਤ ਖਾਲਸਾ ਦੀ ਐਡੀ ਵੱਡੀ ਪੁਰਾਣੀ ਪਰੰਪਰਾ, ਪੁਰਾਣੀ ਰਵਾਇਤ, ਮਹਾਨ ਰਵਾਇਤ, ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨਾਂ ਦੋਨਾਂ ਦੀ ਉਹਨਾਂ ਨੇ ਜਿਹੜੀ ਤੁਲਨਾ ਕੀਤੀ ਆ, ਇਹਨੂੰ ਤੁਸੀਂ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਦੇ ਮੱਦੇਨਜ਼ਰ ਕਿਵੇਂ ਸਮਝਦੇ ਹੋ? ਕੀ ਤੁਹਾਡੇ ਵਿਚਾਰ ਨੇ? ਦੇਖੋ ਜੀ, ਮੈਂ ਬੇਨਤੀ ਕਰਾਂ ਕਿ ਸਰਦਾਰ ਅਵਤਾਰ ਸਿੰਘ ਮੱਕੜ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸਰਬੱਤ ਖਾਲਸੇ ਤੋਂ ਉੱਪਰ ਹੈ। ਇਹ ਦੇਖੋ, ਮੇਰੇ ਤੋਂ ਵੱਡੇ ਨੇ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਪਰ ਉਹਨਾਂ ਨੇ ਆਪਣੀ ਅਕਲ ਦਾ ਜਿਹੜਾ ਹੈ ਇਹ ਜਨਾਜ਼ਾ ਕੱਢਿਆ। ਦੇਖੋ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ, ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਤੇ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਇਹ ਹੋਂਦ 'ਚ ਆਈ ਸੀ। ਲੇਕਿਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੀ ਚੋਣ ਕੌਣ ਕਰਦਾ? ਇਹ ਜਿਹੜੇ ਪ੍ਰਧਾਨ ਨੇ ਇਹ ਕਿਸ ਤਰ੍ਹਾਂ ਪੈਦਾ ਹੁੰਦੇ ਨੇ? ਮੈਂ ਆਪ ਜੀ ਨੂੰ ਥੋੜਾ ਜਿਹਾ ਇਹਦੀ ਚੋਣ ਦੇ ਬਾਰੇ ਦੱਸਣਾ ਚਾਹਾਂਗਾ ਕਿ ਅੱਜ ਇਹਦੀ ਚੋਣ ਕਿਸ ਤਰ੍ਹਾਂ ਹੋ ਰਹੀ ਹੈ। ਪਹਿਲੀ ਗੱਲ ਤੇ ਹੈ ਕਿ ਇਹਦੀ ਜਿਹੜੀ ਚੋਣ ਹੈ ਇਹ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੱਕ ਸੀਮਤ ਹੈ। ਜੋ ਪਹਿਲਾ ਪੰਜਾਬ ਸੀ ਉਸ ਪੰਜਾਬ ਤੱਕ ਇਹ ਸੀਮਤ ਹੈ। ਇਹ ਸਿੱਖਾਂ ਦੀ ਇਹ ਮਤਲਬ ਕਿ ਸਰਬੱਤ ਖਾਲਸੇ ਦੀ ਤੇ ਗੱਲ ਹੀ ਨਹੀਂ ਜਿਹੜੀ ਅਸੀਂ ਕਰ ਸਕਦੇ ਕਿ ਇਹ ਸਰਬੱਤ ਖਾਲਸੇ ਤੋਂ ਉੱਪਰ ਹੈ। ਇੱਥੋਂ ਦੇ ਸਿੱਖ ਜਿਹੜੇ ਨੇ ਉਹ ਚੋਣ ਕਰਦੇ ਆ, ਔਰ ਜਦੋਂ ਇਹਦੀ ਚੋਣ ਹੁੰਦੀ ਆ ਵੋਟਰਾਂ ਰਾਹੀਂ, ਤੇ ਜਿਹੜੀਆਂ ਪਿਛਲੀਆਂ ਵੋਟਾਂ ਬਣੀਆਂ ਜਿਨ੍ਹਾਂ ਦੇ ਰਾਹੀਂ ਇਹਨਾਂ ਦੀ ਚੋਣ ਹੋਈ ਹੈ, ਇਹ ਚੋਣ ਕਿਸ ਤਰੀਕੇ ਨਾਲ ਕਰਦੇ ਨੇ ਕਿ ਜਦੋਂ ਵੋਟਾਂ ਬਣਦੀਆਂ ਨੇ, ਪਹਿਲੀ ਗੱਲ ਹੈ ਵੀ ਵੋਟਾਂ ਹੀ ਜਿਹੜੀਆਂ ਨੇ ਉਹ ਸਹੀ ਨਹੀਂ ਬਣਦੀਆਂ। ਉਸ ਤੋਂ ਬਾਅਦ ਜਿਹੜੀ ਚੋਣ ਹੁੰਦੀ ਹੈ ਉਹ ਵੀ ਇਹ ਪੈਸੇ ਨਾਲ, ਸ਼ਰਾਬ ਵੰਡ ਕੇ, ਭੁੱਕੀ, ਅਫੀਮ, ਹਰ ਤਰ੍ਹਾਂ ਦੇ ਨਸ਼ੇ ਵਰਤਾ ਕੇ, ਪੋਲੀਟੀਕਲ ਦਬਾਅ ਦੇ ਰਾਹੀਂ ਜਿਹੜਾ ਹੈ ਇਹ ਪ੍ਰਸ਼ਾਸਨ ਅਧਿਕਾਰੀਆਂ ਸਾਰਿਆਂ ਦੇ ਨਾਲ ਮਿਲੀ ਭੁਗਤ ਦੇ ਨਾਲ ਇਹਨਾਂ ਦੀ ਚੋਣ ਹੁੰਦੀ ਹੈ। ਤੇ ਫਿਰ ਇਹ ਚੋਣ ਹੋਣ ਤੋਂ ਬਾਅਦ ਜਿਹੜਾ ਇਹ ਕੰਮ ਕਰ ਰਹੇ ਨੇ, ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਕਿਸ ਤਰ੍ਹਾਂ ਨਿਭਾ ਰਹੀ ਹੈ। ਖਾਸ ਕਰਕੇ ਮੈਂ ਇਸ ਜਿੰਨਿਆਂ ਤੋਂ ਹੀ ਇਹ ਬਾਦਲ ਦਾ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੱਕੜ ਜਿਹੜਾ ਹੈ ਇਹ ਲਿਫਾਫਾ ਕਲਚਰ ਚੋਂ ਪ੍ਰਧਾਨ ਆਇਆ। ਇਹ ਲੋਕਾਂ ਦਾ ਚੁਣੇ ਹੋਏ ਵੋਟਰਾਂ ਜਿਹੜੇ ਕਮੇਟੀ ਮੈਂਬਰ ਸੀ ਉਹਨਾਂ ਦਾ ਬਣਾਇਆ ਹੋਇਆ ਪ੍ਰਧਾਨ ਨਹੀਂ, ਇਹ ਲਿਫਾਫਾ ਕਲਚਰ ਪ੍ਰਧਾਨ ਹੈ। ਤੇ ਇਹਦੀ ਆਪਣੀ ਕੋਈ ਸੋਚ ਨਹੀਂ। ਇਹਨੇ ਜਿਹੜਾ ਇਹ ਬਿਆਨ ਦਿੱਤਾ ਹੈ ਇਹ ਕੇਵਲ ਇਸ ਕਰਕੇ ਦਿੱਤਾ ਹੈ ਕਿ ਇਸ ਬਿਆਨ ਦੇ ਨਾਲ ਬਾਦਲ ਜਿਹੜਾ ਉਹ ਖੁਸ਼ ਹੋਵੇਗਾ, ਕਿਉਂਕਿ ਸ਼੍ਰੋਮਣੀ ਕਮੇਟੀ ਤੇ ਗਲਬਾ ਜਿਹੜਾ ਉਹ ਬਾਦਲ ਦਾ ਹੈ।
ਔਰ ਅੱਜ ਜੇਕਰ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਸਰਬੱਤ ਖਾਲਸੇ ਤੋਂ ਮਤਲਬ ਕਿ ਇਹ ਜਿਹੜਾ ਹੈ ਉੱਪਰ ਹੈ ਸ਼੍ਰੋਮਣੀ ਕਮੇਟੀ, ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਮਤਲਬ ਕਿ ਜਿਹੜਾ ਹੈ ਸ਼ਾਰਟ ਜਿਹਾ ਦੱਸਾਂਗਾ ਵੀ ਇਹਨਾਂ ਨੇ ਹੁਣ ਤੱਕ ਕੰਮ ਕੀ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੁਣ ਚਾਹੀ, ਤੇ ਅਸੀਂ ਇਹ ਦੇਖਣਾ ਹੈ ਕਿ ਇਹਨਾਂ ਲੋਕਾਂ ਨੇ ਹੁਣ ਤੱਕ ਕੀ ਕੀਤਾ। ਅਸੀਂ ਪਿਛਲੇ ਇਤਿਹਾਸ ਦੀ ਗੱਲ ਕਰਦੇ ਹਾਂ ਕਿ ਗੁਰੂ ਕਾਲ ਦੇ ਸਮੇਂ ਜਿਹੜੇ ਮਸੰਦ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਮਤਲਬ ਗੁਰੂ ਕਾਲ ਦੇ ਵਿੱਚ ਉਹਨਾਂ ਨੂੰ ਪਹਿਲਾਂ ਜਿਹੜਾ ਸੀ ਮੰਜੀਆਂ ਦਿੱਤੀਆਂ ਗਈਆਂ ਤੇ ਉਹ ਮਸੰਦ ਥਾਪੇ ਗਏ। ਉਹਨਾਂ ਦਾ ਕੰਮ ਸੀ ਕਿ ਉਹ ਦਸਵੰਧ ਇਕੱਠਾ ਕਰਕੇ ਤੇ ਗੁਰੂ ਦਾ ਪ੍ਰਚਾਰ ਕਰਦੇ ਸੀ ਸਿੱਖੀ ਦਾ, ਤੇ ਨਾਲ ਦਸਵੰਧ ਇਕੱਠਾ ਕਰਕੇ ਤੇ ਉਹ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸੀ। ਉਹਨਾਂ ਨੇ ਜਦੋਂ ਕੁਕਰਮ ਕੀਤੇ, ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਗੁਰੂ ਸਾਹਿਬ ਦੇ ਕੋਲ ਜਦੋਂ ਸਾਹਮਣੇ ਆਈਆਂ ਤੇ ਉਹਨਾਂ ਮਸੰਦਾਂ ਨੂੰ ਜਿਹੜਾ ਸੀ ਉਹ ਕੀ ਕੁਝ ਤੱਤੇ ਕੇਲ ਦੀ ਕੜਾਹ 'ਚ ਪਾੜ ਕੇ ਗੁਰੂ ਸਾਹਿਬ ਨੇ ਖੁਦ ਸਾੜਿਆ। ਉਸ ਤੋਂ ਬਾਅਦ ਮੱਸੇ ਰੰਗੜ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ, ਔਰ ਜਦੋਂ ਉਹਨੇ ਉੱਥੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਬੁੱਢਾ ਜੌੜ ਤੋਂ ਚੱਲ ਕੇ ਤੇ ਉਹਦਾ ਸਿਰ ਵੱਢ ਕੇ ਲੈ ਗਏ। ਇਤਿਹਾਸ ਹੈ। ਉਸ ਤੋਂ ਬਾਅਦ ਜਿਹੜੀ ਇਹ ਮਹੰਤ ਸਨ, ਉਹਨਾਂ ਮਹੰਤਾਂ ਨੇ ਜਿਹੜੇ ਸੀ, ਕਿਉਂਕਿ ਸਿੱਖ ਜਿਹੜੇ ਸੀ ਇਹ ਜੰਗਲਾਂ 'ਚ ਮਤਲਬ ਕਿ ਲੁਕ ਛੁਪ ਕੇ ਰਹਿੰਦੇ ਸੀ, 24 ਘੰਟੇ ਇਹਨਾਂ ਦਾ ਕੰਮ ਜਿਹੜਾ ਸੀ ਜ਼ੁਲਮ ਦੇ ਖਿਲਾਫ ਲੜਾਈ ਲੜਨਾ ਸੀ। ਲੜਾਈਆਂ ਲੜ ਰਹੇ ਤੇ ਇਹਨਾਂ ਨੇ ਮਹੰਤਾਂ ਨੂੰ ਗੁਰਦੁਆਰੇ ਦੇ ਦਿੱਤੇ। ਮਹੰਤਾਂ ਨੇ ਜੋ ਕਰਤੂਤਾਂ ਕੀਤੀਆਂ, ਜੋ ਕੁਕਰਮ ਕੀਤੇ, ਤੇ ਉਹਨਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ ਸਾਡੇ ਜਿਹੜੇ ਸੀ ਵੱਡਿਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਲੇਕਿਨ ਇਹਨਾਂ ਨੇ ਪਰ ਉਹਨਾਂ ਨੇ ਇੱਕ ਕੰਮ ਨਹੀਂ ਸੀ ਕੀਤਾ, ਉਹਨਾਂ ਨੇ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਨਾ ਮਸੰਦਾਂ ਨੇ, ਨਾ ਮੱਸੇ ਰੰਗੜ ਨੇ, ਨਾ ਮਹੰਤਾਂ ਨੇ ਕੋਈ ਲਿਖਤ ਨਹੀਂ ਲਿਖੀ। ਪਰ ਇਹਨਾਂ ਨੇ ਵੇਖੋ ਕੀ ਕਰਤੂਤ ਕੀਤੀ ਆ ਕਿ ਇਹਨਾਂ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਔਰ ਸਿੱਖ ਇਤਿਹਾਸ ਨਾਂ ਦੀ ਇੱਕ ਕਿਤਾਬ ਹਿੰਦੀ ਭਾਸ਼ਾ ਵਿੱਚ 722 ਪੰਨਿਆਂ ਦੀ ਪਬਲਿਸ਼ ਕੀਤੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ 1999 ਚ ਮਤਾ ਪਾ ਕੇ ਕਿਤਾਬ ਛਪਾਈ ਆ। ਔਰ ਉਸ ਕਿਤਾਬ ਦੇ ਵਿੱਚ ਕੀ ਲਿਖਿਆ ਹੈ, ਇੱਕ ਤਾਂ ਉਸ ਕਿਤਾਬ ਦਾ ਰਾਈਟਰ ਕੋਈ ਨਹੀਂ। ਅੱਛਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਕਿਤਾਬ ਦਾ ਰਾਈਟਰ ਹੀ ਨਹੀਂ, ਪਬਲਿਸ਼ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਠੀਕ ਹੈ। ਦੂਸਰਾ, ਉਸ ਕਿਤਾਬ ਦੀ ਸ਼ੁਰੂਆਤ ਹੁੰਦੀ ਹੈ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਨੇ, कहते नानक का गुरु एक मुसलमान था, नानक मुगलों को भारत में लाया, नानक ने हिंदू धर्म ही अपनाया था, नानक मर गया, अंगद आ गया। अर्जुन ने आत्महत्या करी थी, अर्जुन के मरने के बाद हरगोबिंद का दिमागी संतुलन खो गया था। हरगोबिंद बहुत डरपोक आदमी था, सोते समय मौत के भय से 60 बंदूकधारी पहरे पर खड़े रखता था। गुरु हर राय पातशाह ते लिखन लग गया, बहुत शर्म की गल कि हर राय के 2 बेटे थे, बड़े का नाम राम राय, छोटे का नाम हरकृष्ण था। लेकिन जब हर राय मरा उस वक्त बड़े बेटे की उम्र 15 वर्ष की थी, छोटे की 6 वर्ष की, लेकिन बड़े बेटे को गद्दी नहीं दी गई क्योंकि वो नौकरानी के पेटों था। देखो किस तरह गुरु साहब के करैक्टर दे तुंगल ढाई। फिर गुरु तेग बहादुर पातशाह बारे लिखा कि तेग बहादुर हांसी के पास जंगलों में लुक छुप के रहता था, चोरों डकैतों सरकार के बागियों को पनाह देता था, और जब दिल्ली सरकार को पता चला उसको पकड़ के ले गए और कत्ल कर दिया। गुरु गोविंद सिंह महाराज बारे लिखा है कि इसने पुत्रों के वियोग में आत्महत्या करी थी। और यह किताब हिंदी च श्रोमणी कमेटी पब्लिश कर रही है। मैं इस किताब के संबंध जो मेरे को 2007 चाहिए तो मैं केस किया। सो ये जड़ियाँ इस तरह दी किताबां लिख रहे हैं, छोटे साहिबजादियां दी आप जी ने गुरमत प्रकाश दिया। सो ये जे श्रोमणी कमेटी अपने आप नूं ये गल कहती है कि इस सरबत खालसे तो उपर है, तो फिर ये काम बनने करने वो बनते हैं, ये काम करने वाली तो ये तो सिख होने के भी हकदार नहीं है, तो ये तो मसंदा तो भी अगे चले गए, हज़ारा गुना अगे चले गए। सो ये किवें कह सकते हैं कि सरबत खालसे तो उपर है। सिरसा जी, जिस तरह असी गल कर रहे सी कि सरबत खालसा ये कौम की बहुत पुरानी परंपरा है कि साल दे विच 2 बार सिख दरबार साहब इकट्ठे होंदे सी, दिवाली ते विसाखी ते, जो भावें उस वेले असीं ये भी वेखदे हां कि 12 मिसल आपस विच भी लड़दियां रहिंदियां सी, परंतु जदों वो सरबत खालसा के रूप में इकट्ठे होंदे सी ते वो मतलब कौम दे नूं जिहड़ियां भी दरपेश उस समय समस्यावां हुंदियां सी उन्हां दे हल बारे एकजुट एकमत होंदे सी। परंतु अज की स्थिति च जे असीं सरबत खालसा की गल करते हैं तो दूसरे पासे कौम की स्थिति देखते हैं कि कौम धड़ियां च वंडी हुई आ, कौम च वंडियां ने जिहड़ियां दिनों दिन गूढ़ियां हुंदियां जांदियां ने। कि तुसीं अज दी तरीक दे विच सरबत खालसा की वो महान परंपरा जिहड़ी पुरानी रवायत आ जिहड़ी ਉਹਦੀ ਮੁੜ ਸਰਜੀਤੀ ਸੰਭਵ है? देखो जी, इस समय दे विच बहुत मुश्किल है
क्योंकि जिन्ना चिर असीं अपने आप नूं धड़ियां तो उपर उठ के, निज स्वार्थ तो उपर उठ के, गुरमत सिद्धांत अनुसार सारे इकट्ठे होके उत्थे बैठ के ते आपस विच विचार नहीं करते, गुरमत अनुसार ते पंथक रवैता अनुसार जिन्ना चिर इकट्ठे नहीं होंदे उन्ना चिर सरबत गल दी तां गल करनी ही बड़ी दूर की गल है, ते ये बहुत औखा है। देखो दूसरे पासे साडे कोल ये भी समस्या कि सिख अज ग्लोबल नेशन है, सिख दुनिया के हर कोने दे विच उन्हां दी महत्ता भी हर कोने विच दुनिया दे विच वसदे भी ने। सो जदों साडी कौम आ जिहड़ी ओह विश्व व्यापी कौम आ ते फिर साडे लई इस तरह की संस्था भी बेहद जरूरी है जिहड़ी विश्व च बैठे सिखां दी नुमाइंदा होवे। तो फिर एक पासे सरबत खालसा जिहड़ा असीं समझदे हां कि अज दी तरीक दे विच संभव ਉਹਦੇ बारे भी दो तीन रायवां हो सकदियां ने भी संभव है ਜਾਂ नहीं। ਤੇ दूसरे पासे ਸਾਡੇ ਕੋਲ इस तरह की एक विश्व व्यापी संस्था भी बेहद जरूरी आ ਜਿਹੜੀ ਸਿੱਖਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਣ ਉਹਨਾਂ ਬਾਰੇ ਆਵਾਜ਼ ਬੁਲੰਦ ਕਰ ਸਕਦੀ ਹੋਵੇ। ਇਹਦੇ ਬਾਰੇ ਕੀ ਹੱਲ ਹੋ ਸਕਦਾ? ਜੀ मैं बेनती करा, मैं असंभव इस करके कही है कि अज के हालातों च, लेकिन कोई भी काम असंभव नहीं होंदा, वो संभव ही होंदे ने, सारे हो सकते हैं। ਉਹਦੇ ਵਿੱਚ ਮੈਂ ਜੋ ਬੇਨਤੀ ਕੀਤੀ ਆ ਕਿ ਅਸੀਂ ਪੂਰੀ ਦੁਨੀਆ ਤੇ ਸਿੱਖ ਜਿੱਥੇ ਜਿੱਥੇ ਵੀ ਦੁਨੀਆ ਦੇ ਪੂਰੇ ਕੋਨੇ ਦੇ ਵਿੱਚ ਕੋਨੇ-ਕੋਨੇ 'ਚ ਸਿੱਖ ਬੈਠਾ ਔਰ ਉਹ ਜਿਹੜਾ ਸਿੱਖ ਹੈ ਉਹ ਸਿਰਫ ਉੱਥੇ ਬੈਠਾ ਨਹੀਂ, ਉਹ ਸਾਡੀ ਇੱਥੇ ਕੌਮ ਦੇ ਨਾਲ ਪੰਜਾਬ ਦੀ ਧਰਤੀ ਨਾਲ ਹਰਮੰਦਰ ਸਾਹਿਬ ਨਾਲ ਉਹ ਸਾਡੇ ਸਿੱਖ ਸਿਧਾਂਤਾਂ ਨਾਲ ਜੁੜਿਆ ਹੋਇਆ, ਬਿਲਕੁਲ ਜੁੜਿਆ। ਔਰ ਇਹਨਾਂ ਦਾ ਇਹ ਸੋਚਦੇ ਆ ਕਿ ਜੇਕਰ ਅਸੀਂ ਜਿੰਨਾ ਚਿਰ ਅਸੀਂ ਆਪਣੇ ਹਉਮੈ ਨੂੰ ਛੱਡ ਕੇ ਸਾਰੇ ਦੇ ਸਾਰੇ ਇਕੱਠੇ ਹੋ ਕੇ ਅਸੀਂ ਇਹ ਕੰਮ ਨਹੀਂ ਜੇ ਕੰਮ ਕਰਾਂਗੇ ਤੇ ਇਹ ਸੰਭਵ ਹੀ ਹੈ ਕਿ ਸਾਨੂੰ ਇਹੋ ਜਿਹਾ ਜਿਹੜਾ ਉਹ ਮਤਲਬ ਕਿ ਹਾਲਾਤ ਜਿਹੜੇ ਨੇ ਉਹ ਬਣਾਉਣੇ ਪੈਣਗੇ ਤੇ ਉਹ ਬਣਾ ਕੇ ਤੇ ਅਸੀਂ ਸਾਰੇ ਜਿਹੜੇ ਅੱਜ ਅੱਡੋ ਅੱਡੀ ਵਿਚਰ ਰਹੇ ਆ ਤੇ ਸਾਰੇ ਇਕੱਠੇ ਹੋ ਕੇ ਕੋਈ ਇਸ ਤਰ੍ਹਾਂ ਦਾ ਹਮਲਾ ਮਾਰੀਏ ਤੇ ਉਹਦੇ ਵਿੱਚ ਆਪਾਂ ਨੂੰ ਇਹ ਸਾਰਾ ਹੋ ਸਕਦਾ ਹੈ। ਸਰ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਜਥੇਦਾਰ ਅਵਤਾਰ ਸਿੰਘ ਮੱਕੜ ਹੋਰਾਂ ਨੇ ਸਰਬੱਤ ਖਾਲਸੇ ਦੀ ਤੁਲਨਾ ਕਰਤੀ ਹੈ, ਪਰੰਤੂ ਇਹਨੂੰ ਅਸੀਂ ਮਿੰਨੀ ਪਾਰਲੀਮੈਂਟ ਕਹਿੰਦੇ ਆ ਵੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆ। ਮਿੰਨੀ ਪਾਰਲੀਮੈਂਟ ਦਾ ਮਤਲਬ ਇਹ ਹੈ ਕਿ ਸਮੁੱਚੇ ਸਿੱਖ ਆ ਜਿਹੜੇ ਉਹ ਇਹਦੇ ਮਤਲਬ ਘੇਰੇ ਵਿੱਚ ਨਹੀਂ ਆਉਂਦੇ। ਤੁਸੀਂ ਵੀ ਗੱਲ ਕੀਤੀ ਹੈ ਕਿ 3-4 ਸਟੇਟਾਂ ਨੇ ਜਿਹੜੀਆਂ, परंतु तख्त पटना साहब तख्त हजूर साहब वो बिल्कुल दिल्ली वाली कमेटी है वो बखरी है, अज हरियाणे की कमेटी भी बखरी बन गई है। सो उन्होंने बखरिया आज़ाद हस्तियां ने। सो श्रोमणी कमेटी है जी पूरे सिखां की नुमाइंदा मतलब संस्था नहीं बन सकती विश्व के सिखां की, ते सरबत खालसा जिहड़ा वो समुचे सिखां दा चाहे वो किते भी बैठा दुनिया के कोने वो समझते हैं कि वो प्लेटफार्म बन सकता। सो इस तरह की मतलब कोई असी संस्था जी जिस सरबत खालसा जी उसका नाम रखिए कि उहदे लई कोई इस तरह के विधि विधान बना के कि समुचे सिख ने जिहड़े विश्व में बैठे ने, चाहे वो किसी भी कोने च बैठे ने, चाहे वो किसी भी धड़े पार्टी नाल संबंधित ने, पर जिहड़ा गुरु नानक नाम लेवा सिख आ उन्होंने असी किसी इस तरह की संस्था के नाल जोड़न लई कोई नियम बना के इस तरह का उपराला नहीं किया जा सकता? बिल्कुल किया जा सकता। पहला जिहड़ी आल इंडिया गुरुद्वारा एक्ट की गल चलदी सी वो भी एक इहो ही सी कि आल इंडिया गुरुद्वारा एक्ट की मांग इसे करके साडे जिहड़े बजुर्ग से उन्होंने मतलब कि साडे विद्वानां ने उठाई है कि आल इंडिया गुरुद्वारा एक्ट बने जिहदे विच पंजाब तो हरियाणे तो बाहरले जिहड़े सिख ने उन्हां नूं भी नुमाइंदगी मिले और जिहड़े वर्ल्ड दे विच सिख ने उन्हां नूं भी उहदे विच उन्हां दी शमूलीयत भी होवे। तो जिस करके श्रोमणी गुरुद्वारा प्रबंधक कमेटी जी ये भी मतलब कि पूरे सिखां की जी पूरे दुनिया के जिथे जिथे सिख बैठा उन्होंने नुमाइंदगी करे। तो जी तुसीं गल कीती है सरबत खालसे की ਉਹਦੇ ਵਿੱਚ मैं चाहांगा कि जिस तरह के अज इन्हां हालातां दे विच सानू संजीदगी नाल दूरंदेशी नाल विद्वानां नूं धार्मिक तौर ते राजनीतिक तौर ते ਜਿਹੜੇ ਵਿਚਰ ਰਹੇ ਆ ਜਿਹੜੇ ਗੁਰੂ ਦੀ ਗੱਲ ਕਰ ਰਹੇ ਆ ਜਿਹੜੇ ਅੱਜ ਅਸੀਂ ਇਸ ਗੱਲ ਤੋਂ ਚਿੰਤਤ ਹਾਂ ਕਿ ਸਾਡੇ ਸਿੱਖ ਬੰਦਿਆਂ ਦੀ ਰਿਹਾਈ ਦੀ ਗੱਲ ਹੈ, ਸਾਡੇ ਅੱਜ ਨਾਨਕਸ਼ਾਹੀ ਕੈਲੰਡਰ ਦੀ ਗੱਲ ਹੈ, ਅੱਜ ਅਕਾਲ ਤਖਤ ਦੀ ਜਿਹੜੀ ਮਾਨ ਮਰਜ਼ਾਦਾ ਹੈ ਉਹਦੀ ਗੱਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਜ਼ਿੰਮੇਵਾਰੀਆਂ ਉਹਦੀ ਗੱਲ ਹੈ, ਪੂਰੇ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਅਸੀਂ ਅੱਜ ਰਾਤ ਦਿਨ ਚਿੰਤਤ ਹਾਂ, ਗੱਲ ਵੀ ਕਰਦੇ ਹਾਂ। ਪਰ ਇਹਦੇ ਵਾਸਤੇ ਸਾਨੂੰ ਤਾਂ ਹੀ ਇਹਦਾ ਹੱਲ ਸਾਰਿਆਂ ਦਾ ਹੱਲ ਇੱਕੋ ਹੀ ਹੈ ਕਿ ਅਸੀਂ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਮੈਂ ਉਹਨਾਂ ਸਾਰਿਆਂ ਨੂੰ ਨਿਮਰਤਾ ਸਹਿਤ ਇਹ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਇਸ ਚੀਜ਼ ਦੇ ਹੱਲ ਵਾਸਤੇ ਆਪੋ ਆਪਣੀ ਹਉਮੈ ਨੂੰ ਛੱਡ ਕੇ ਤੇ ਇਕੱਤਰ ਹੋਈਏ, ਜਿਹਦੇ ਵਿੱਚ ਧਾਰਮਿਕ ਸੰਪਰਦਾਵਾਂ, ਰਾਜਨੀਤਿਕ ਸੰਪਰਦਾਵਾਂ, ਸੋਸ਼ਲ ਬੁੱਧੀਜੀਵੀ ਵਰਗ ਇਹ ਸਾਰੇ ਦੇ ਸਾਰੇ ਵਿਦਵਾਨ ਸੱਜਣ ਜਿਹੜੇ ਨੇ ਪ੍ਰਚਾਰਕ
ਸਾਡੀ ਕੌਮ ਦੇ ਅੱਗੇ ਹੋਣ ਤੇ ਸਾਰੇ ਰਲ ਕੇ ਕਰੀਏ ਤੇ ਇੱਕ ਸਰਬੱਤ ਖਾਲਸਾ ਹੋ ਸਕਦਾ ਹੈ ਜਿਸ ਕੌਮ ਦੀ ਚੜ੍ਹਦੀ ਕਲਾ। ਮਤਲਬ ਸਰਬੱਤ ਖਾਲਸਾ ਕੌਮ ਦੀ ਸਿਧਾਂਤਕ ਅਗਵਾਈ ਲਈ ਬੇਹੱਦ ਜ਼ਰੂਰੀ ਆ। ਬਿਲਕੁਲ ਉਹਦਾ ਵਿਧੀ ਵਿਧਾਨ ਆ ਜਿਹੜਾ ਅੱਜ ਦੇ ਹਾਲਾਤਾਂ ਦੇ ਅਨੁਸਾਰ ਸਮੁੱਚੀ ਕੌਮ ਨੂੰ ਵਿਸ਼ਵ ਵਿਆਪੀ ਕੌਮ ਸਮਝਦੇ ਹਾਂ ਅਸੀਂ, ਉਹਦਾ ਵਿਧੀ ਵਿਧਾਨ ਆ ਜਿਹੜਾ ਉਹ ਨਵੇਂ ਸਿਰੇ ਤੋਂ ਕਰ ਸਕਦੇ ਹਾਂ। ਤੁਹਾਡਾ ਕਹਿਣ ਦਾ ਇਹੀ ਅਰਥ ਆ? ਬਿਲਕੁਲ ਬਿਲਕੁਲ ਜੀ, ਮੈਂ ਇਹ ਗੱਲ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਬੈਠ ਕੇ ਜਿਹੜਾ ਉਹ ਵਿਧੀ ਬਣਾਉਣਾ, ਜਿਸ ਤਰ੍ਹਾਂ ਹੁਣ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੈ ਉਹ ਵੀ ਜਿਹੜੀ ਆ ਉਹ ਇੱਕ ਆਦਮੀ ਕਰ ਰਿਹਾ ਤੇ ਇਸ ਤਰ੍ਹਾਂ ਇਹ ਠੀਕ ਨਹੀਂ ਹੈਗੀ, ਤਾਂ ਤਾਂ ਰੌਲੇ ਪੈ ਰਹੇ ਨੇ। ਇਹਨਾਂ ਸਾਰਿਆਂ ਮਸਲਿਆਂ ਦਾ ਹੱਲ ਇੱਕੋ ਹੀ ਹੈ ਕਿ ਅਸੀਂ ਨਵੇਂ ਸਿਰੇ ਤੋਂ ਜੋ ਗੁਰਮਤਿ ਵਿਧਾਨ ਮਤਲਬ ਕਿ ਸਿਧਾਂਤ ਅਨੁਸਾਰ, ਪੰਥਕ ਸਿਧਾਂਤਾਂ ਅਨੁਸਾਰ ਜਿਸ ਤਰ੍ਹਾਂ ਪਹਿਲਾਂ ਫੈਸਲੇ ਹੁੰਦੇ ਰਹੇ ਨੇ, ਉਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਦੂਰ ਕਰਕੇ ਤੇ ਉਹ ਵਿਧੀ ਵਿਧਾਨ ਨਵੇਂ ਸਿਰੇ ਤੋਂ ਬਣ ਕੇ ਤੇ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਕਿਵੇਂ ਕਰਨੀ ਹੈ, ਉਹਦੀ ਯੋਗਤਾ ਕੀ ਹੋਣੀ ਚਾਹੀਦੀ ਹੈ, ਕਿੰਨਾ ਸਮਾਂ ਉਹਨੇ ਰਹਿਣਾ ਹੈ। ਸੋ ਇਹ ਸਾਰੀ ਦਾ ਸਾਰਾ ਵਿਧੀ ਵਿਧਾਨ ਬਣਾ ਕੇ ਕੌਮ ਵਾਸਤੇ ਜਿਹੜੇ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਅਸੀਂ ਕਿਸ ਤਰ੍ਹਾਂ ਕਰਨਾ ਹੈ। ਉਹਦੇ ਵਿੱਚ ਵਿਦਵਾਨਾਂ ਦੀਆਂ ਕਮੇਟੀਆਂ, ਵਕੀਲਾਂ ਦੀਆਂ ਕਮੇਟੀਆਂ, ਜਿਵੇਂ ਹੁਣ ਬੰਦੀ ਸਿੱਖਾਂ ਦੀ ਰਿਹਾਈ ਆ ਉਹ ਸਾਨੂੰ ਜਿੱਥੇ ਕਾਨੂੰਨੀ ਪ੍ਰਕਿਰਿਆ ਉਹਦੇ ਵਾਸਤੇ ਵਕੀਲਾਂ ਦਾ ਪੈਨਲ, ਇਸ ਤਰ੍ਹਾਂ ਦੇ ਸਾਰੇ ਸਾਨੂੰ ਜਿਹੜੇ ਉਹ ਬਣਾਉਣ ਦੀ ਜ਼ਰੂਰਤ ਹੈ। ਸੋ ਮੈਂ ਸਮਝਦਾ ਕਿ ਜਦੋਂ ਇਹ ਕੌਮ ਇਹ ਅਪਣਾ ਲੂ ਕਿ ਇਸ ਤਰ੍ਹਾਂ ਦੇ ਸਰਬੱਤ ਖਾਲਸਾ ਦੀ ਅਗਵਾਈ, ਇਹ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਸੀਂ ਕਹਿੰਦੇ ਹਾਂ ਮਰਿਆਦਾ ਹੈ, ਉਹ ਹਰ ਥਾਂ ਲਾਗੂ ਨਹੀਂ ਹੁੰਦੀ। ਹਰ ਡੇਰੇ ਦੀ ਆਪਣੀ ਮਰਿਆਦਾ ਵਾ, ਤਖਤਾਂ ਦੀ ਆਪਣੀ ਮਰਿਆਦਾ ਵਾ। ਸੋ ਇਹ ਜਿਹੜੀਆਂ ਕੌਮ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਨੇ ਜਾਂ ਕੌਮ ਦੇ ਵਿੱਚ ਇਹਨਾਂ ਵੰਡੀਆਂ ਕਾਰਨ ਨਿਘਾਰ ਆਇਆ, ਸੋ ਇਹਨੂੰ ਰੋਕਣ ਦਾ ਸਾਡੇ ਕੋਲ ਸਿਰਫ ਤੇ ਸਿਰਫ ਇਹ ਆ ਕਿ ਜੋ ਸਰਬੱਤ ਖਾਲਸਾ ਫੈਸਲਾ ਲਵੇ ਉਹਨੂੰ ਸਮੁੱਚੀ ਕੌਮ ਤੇ ਲਾਗੂ ਕੀਤਾ ਜਾਵੇ। ਬਿਲਕੁਲ ਜੀ, ਮਤਲਬ ਕਿ ਇਹੀ ਹੈ, ਇਹਦਾ ਹੱਲ ਇਹੀ ਤਾਂ ਹੋ ਸਕਦਾ ਹੈ ਕਿ ਅੱਜ ਜਿੰਨੀਆਂ ਵੀ ਸੰਪਰਦਾਵਾਂ ਆਪੋ ਆਪਣੇ ਉਹਨਾਂ ਦੇ ਗੁਰਦੁਆਰਿਆਂ ਦੇ ਡੇਰਿਆਂ ਦੇ ਵਿੱਚ ਜਾਂ ਜਿਸ ਤਰ੍ਹਾਂ ਹਜੂਰ ਸਾਹਿਬ ਹੈ, ਪਟਨਾ ਸਾਹਿਬ ਹੈ, ਆਪਣਾ ਆਪਣੀ ਮਰਜ਼ਾਦਾ ਜਾਂ ਜਿੱਥੇ ਵੀ ਕਿਸੇ ਦਾ ਜੀ ਕਰਦਾ, ਮੇਰਾ ਜੀ ਕੀਤਾ ਮੈਂ ਅਰਦਾਸ ਇਸ ਤਰ੍ਹਾਂ ਕਰਨੀ ਹੈ, ਮੇਰਾ ਜੀ ਕਰਦਾ ਮੈਂ ਅਖੰਡ ਪਾਠ ਦੇ ਉੱਤੇ ਮਤਲਬ ਕਿ ਇਸ ਤਰ੍ਹਾਂ ਜੋਤ ਜਗਾਉਣੀ ਆ, ਧੋ ਜਗਾਉਣੀ ਆ, ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਜਿਸ ਤਰ੍ਹਾਂ ਵਿਵਾਦਿਤ ਮੁੱਦੇ ਨੇ ਦਸਮ ਗ੍ਰੰਥ ਦਾ ਹੈ, ਮਤਲਬ ਕਿ ਹੋਰ ਰਾਗਮਾਲਾ ਦਾ, ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਬੈਠ ਕੇ ਇੱਕ ਪਲੇਟਫਾਰਮ ਤੇ ਇਕੱਠਿਆਂ ਹੋਣਾ ਚਾਹੀਦਾ ਹੈ। ਉਹਦੇ ਵਿੱਚ ਸਾਨੂੰ ਇੱਕ ਇਹੋ ਜਿਹੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ ਕਿ ਜਿਹੜੇ ਸਾਡੇ ਵਿਵਾਦਿਤ ਮੁੱਦੇ ਨੇ ਆਪਸੀ, ਉਹਨਾਂ ਤੇ ਸਾਨੂੰ ਵਿਦਵਾਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਔਰ ਉਹ ਜਿਹੜੇ ਵਿਦਵਾਨ ਨੇ ਜੋ ਫੈਸਲਾ ਕਰਨ ਉਹ ਸਾਨੂੰ ਮੰਨਣ। ਅਸੀਂ ਸਾਰੇ ਦੇ ਸਾਰੇ ਅਕਾਲ ਤਖਤ ਦੇ ਉੱਤੇ ਜਿਹੜੀ ਮਾਨ ਮਰਜ਼ਾਦਾ, ਜੋ ਰਹਿਤ ਮਰਜ਼ਾਦਾ ਉੱਥੋਂ ਜਿਹੜੀ ਲਾਗੂ ਕੀਤੀ ਜਾਵੇ ਉਹਨੂੰ ਸਾਰੇ ਮੰਨੀਏ, ਤਾਂ ਹੀ ਅਸੀਂ ਸਿੱਖ ਜਿਹੜੇ ਚੜ੍ਹਦੀ ਕਲਾ 'ਚ ਤੇ ਵਿਸ਼ਵ ਵਿਆਪੀ ਔਰ ਇਸ ਜਿਹੜਾ ਸਮੇਂ ਦੇ ਹਾਣੀ ਹੋ ਸਕਦੇ ਹਾਂ। ਤੇ ਨਹੀਂ ਤਾਂ ਫਿਰ ਅਸੀਂ ਜਿਹੜਾ ਇਹ ਸਮਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਾਫ ਨਹੀਂ ਕਰੇਗਾ। ਇਸ ਕਰਕੇ ਮੈਂ ਅਪੀਲ ਕਰਦਾ ਸਮੁੱਚੀ ਸਿੱਖ ਕੌਮ ਨੂੰ, ਮੈਂ ਧੰਨਵਾਦੀ ਹਾਂ ਤੁਹਾਡਾ ਹੀਰਾ ਸਾਹਿਬ, ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਜਸਪਾਲ ਸਿੰਘ ਭੁੱਲਰ ਦਾ ਕੇਸ, ਹੋਰ ਬੰਦਿਆਂ ਦੀ ਰਿਹਾਈ ਦਾ, ਨਸ਼ਿਆਂ ਦੇ ਵਿਰੁੱਧ ਤੁਸੀਂ ਇਸ ਤਰ੍ਹਾਂ ਠਾ ਰਹੇ ਹੋ, ਤੇ ਮੈਂ ਤੇ ਤੁਹਾਨੂੰ ਵੀ ਇਹ ਬੇਨਤੀ ਕਰੂੰਗਾ ਕਿ ਤੁਸੀਂ ਇਸ ਕੰਮ ਨੂੰ ਥੋੜਾ ਜਿਹਾ ਹੋਰ ਹਮਲਾ ਮਾਰੋ ਤੇ ਆਪਾਂ ਸਾਰੇ ਰਲ ਕੇ ਤੇ ਇਹਦੇ ਵਿੱਚ ਜਿਹੜਾ ਇਹ ਕੰਮ ਕਰੀਏ। ਜਿਸ ਤਰ੍ਹਾਂ ਕਿ ਹੁਣ ਤੁਸੀਂ ਪਹਿਲਾਂ ਪਹਿਰੇਦਾਰ ਅਖਬਾਰ ਸੀ, ਹੁਣ ਤੁਸੀਂ ਵੈਬਸਾਈਟ ਮਤਲਬ ਕਿ ਜਿਹੜਾ ਚੈਨਲ ਚਲਾਇਆ, ਇਹ ਜਿਹੜਾ ਸਾਨੂੰ ਇਹਦੇ ਰਾਹੀਂ ਜਿਹੜਾ ਸਾਰੀ ਕੌਮ ਨੂੰ ਮਤਲਬ ਕਿ ਉਦੋਂ ਤੱਕ ਗੱਲ ਪਹੁੰਚਾ ਕੇ ਤੇ ਆਪਾਂ ਸਾਰੇ ਕਰੀਏ, ਤਗੜੇ ਹੋ ਕੇ ਕਰੀਏ। ਗੁਰੂ ਕਿਰਪਾ ਕਰੇ, ਸਾਨੂੰ ਭਰੋਸਾ ਉਸ ਅਕਾਲ ਪੁਰਖ ਤੇ, ਕਿਉਂਕਿ ਅਕਾਲ ਪੁਰਖ ਦੀ ਮਤਲਬ ਕਿ ਕਿਰਪਾ ਨਾਲ ਹੀ ਇਹ ਖਾਲਸੇ ਦੀ ਸਿਰਜਣਾ ਹੋਈ ਹੈ ਔਰ ਜ਼ੁਲਮ ਦੇ ਖਿਲਾਫ ਹੋਈ ਹੈ। ਅਸੀਂ ਕਿਸੇ ਵੀ ਧਰਮ ਦੇ, ਕਿਸੇ ਵੀ ਮਨੁੱਖ ਦੇ, ਕਿਸੇ ਵੀ ਜਾਤੀ ਰੰਗ ਦੇ ਖਿਲਾਫ ਨਹੀਂ ਤੇ ਕਿਸੇ ਦੇਸ਼ ਨੇ। ਇਸ ਕਰਕੇ ਸਾਨੂੰ ਇਹ ਗੁਰੂ ਬਖਸ਼ਿਸ਼ ਕਰੇ ਤੇ ਸਾਨੂੰ ਸਮੱਤ ਬਖਸ਼ੇ, ਅਸੀਂ ਚੜ੍ਹਦੀ ਕਲਾ ਵਾਸਤੇ ਕੁਝ ਕਰ ਸਕੀਏ। ਦਰਸ਼ਕ ਵੀਰੋ, ਜਿਸ ਤਰ੍ਹਾਂ ਵਿਚਾਰ ਚਰਚਾ ਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਅੱਜ ਕੌਮ ਨੂੰ ਜਿਹੜੀਆਂ ਵੀ ਦਰਪੇਸ਼ ਸਮੱਸਿਆਵਾਂ ਨੇ, ਕੌਮ ਨੂੰ ਜਿਹੜੀਆਂ ਅੰਦਰੋਂ ਬਾਹਰੋਂ ਚੁਣੌਤੀਆਂ ਨੇ, ਉਹਨਾਂ ਦਾ ਹੱਲ ਕੌਮ ਦਾ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ, ਚਾਹੇ ਉਹ ਸਰਬੱਤ ਖਾਲਸਾ ਦੇ ਰੂਪ ਵਿੱਚ। ਸੋ ਕੌਮ ਵੱਲੋਂ ਉਹ ਫੈਸਲੇ ਲੈਣੇ ਜਿਹੜੇ ਕੌਮ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬਾਨ ਵੱਲੋਂ ਦਿੱਤੀ ਸੇਧ ਅਨੁਸਾਰ ਹੋਣ, ਉਹ ਸਾਡੇ ਲਈ ਅੱਜ ਬੇਹੱਦ ਜ਼ਰੂਰੀ ਨੇ। ਪਰੰਤੂ ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਆ ਕਿ ਕੌਮ ਹੈ ਜਿਹੜੀ ਉਹ ਆਪਣਾ ਨਿੱਜਵਾਦ ਛੱਡ ਕੇ ਇੱਕ ਸਾਂਝੀ ਸੋਚ, ਗੁਰੂ ਸਾਹਿਬਾਨ ਵੱਲੋਂ ਦਿੱਤੀ ਉਸ ਸੋਚ ਨੂੰ ਅਪਣਾ ਕੇ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ। ਸੋ ਸਿਰਸਾ ਜੀ ਨੇ ਸਰਬੱਤ ਖਾਲਸਾ ਸ਼੍ਰੋਮਣੀ ਕਮੇਟੀ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਅਸੀਂ ਇਹਨਾਂ ਦਾ ਸਟੂਡੀਓ ਤੇ ਆਉਣ ਤੇ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।